ਬਖਸ਼ਿਸ਼ ਦਾ ਸਦਕਾ ਹੁਣ ਤੱਕ ਆਪਾਂ ਇਸ ਪਾਵਨ ਬਾਣੀ ਦੇ 40 ਬੰਦ ਸਾਂਝੇ ਕੀਤੇ ਸਨ। ਆਓ ਆਪਾਂ ਅੱਗੇ ਵਿਚਾਰ ਦੀ ਆਰੰਭਤਾ ਕਰੀਏ। ਸਾਰੇ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ। ਵਾਹਿਗੁਰੂ ਅਲੋਕ ਹੈ। ਲੋਕ ਦਾ ਅਰਥ ਹੈ ਜੋ ਦਿਸਦਾ ਹੋਏ, ਜੋ ਸਾਡੀ ਅੱਖਾਂ ਦੀ ਪਕੜ 'ਚ ਆ ਰਿਹਾ ਹੈ। ਅਲੋਕ ਹੈ ਤੂੰ ਦਿਸਣ, ਜਿਹਨੂੰ ਕਹਿ ਲਈਏ ਆਪਾਂ ਪਰਲੋਕ। ਜਿਹੜਾ ਲੋਕ ਹੈ ਤੇ ਹੈ ਪਰ ਸਾਡੇ ਤੋਂ ਪਰੇ ਹੈ, ਸਾਨੂੰ ਦਿਖਾਈ ਨਹੀਂ ਦੇ ਰਿਹਾ। ਹੈ ਜ਼ਰੂਰ ਪਰ ਦ੍ਰਿਸ਼ ਵਿੱਚ ਨਹੀਂ ਆ ਰਿਹਾ। ਗੁਰੂਦੇਵ ਕਹਿਣ ਲੱਗੇ ਵਾਹਿਗੁਰੂ ਤੇਰੀ ਇਹ ਕਲਾ ਹੈ, ਸਮਰੱਥਾ ਹੈ, ਕਿਉਂਕਿ ਜਾਪ ਸਾਹਿਬ ਜੀ ਦੇ ਅੰਦਰ ਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਅਕਾਲ ਪੁਰਖ ਦੇ ਕੀਰਤਮ ਨਾਮ ਸਾਨੂੰ ਜਪਾਏ ਨੇ ਤਾਂ ਜੋ ਅਸੀਂ ਉਹਦੀ ਪਛਾਣ ਨਾ ਭੁੱਲ ਜਾਈਏ। ਸਾਡੀ ਆਦਤ ਹੈ ਗੁਰਮੁਖੋ, ਅਸੀਂ ਆਕਾਰ ਨੂੰ, ਪਦਾਰਥ ਨੂੰ ਬੜੀ ਛੇਤੀ ਪਕੜਦੇ ਹਾਂ, ਛੁੱਟਦਾ ਹੀ ਨਹੀਂ ਹੈ। ਸਾਡਾ ਮਸਲਾ ਹੀ ਇਹ ਹੁੰਦਾ ਹੈ ਵੀ ਭਾਈ ਸਾਹਿਬ ਜੀ ਬਾਣੀ 'ਚ ਧਿਆਨ ਨਹੀਂ ਜੁੜਦਾ, ਕਿਉਂਕਿ ਸੁਰਤ ਆਕਾਰ ਵੱਲ ਭੱਜਦੀ ਹੈ, ਬਾਹਰ ਵੱਲ ਭੱਜਦੀ ਹੈ। ਪਰ ਗੁਰਮੁਖ ਪਿਆਰਿਓ, ਸਤਿਗੁਰ ਨੇ ਬਖਸ਼ਿਸ਼ ਕੀਤੀ ਵੀ ਇਹ ਬਾਹਰ ਵੱਲ ਭੱਜਦਾ ਹੈ, ਆਕਾਰ ਵੱਲ ਭੱਜਦਾ ਹੈ। ਕਦੇ ਰੱਬ ਦੇ ਨਾਲ ਵੀ ਇਸ ਤਰ੍ਹਾਂ ਨਾ ਕਰਨ ਲੱਗ ਪਏ ਤੇ ਲੋਕਾਂ ਨੇ ਕੀਤਾ ਵੀ ਇਸੇ ਤਰ੍ਹਾਂ। ਕਿਸੇ ਨੇ ਤੱਤਾਂ ਨੂੰ ਰੱਬ ਮੰਨਿਆ, ਕੋਈ ਰੱਬ ਦੀਆਂ ਦਾਤਾਂ ਦੀ ਹੀ ਪੂਜਾ ਕਰੀ ਜਾ ਰਿਹਾ ਹੈ, ਸੂਰਜ ਦੀ, ਚੰਦਰਮਾ ਦੀ, ਜੋ ਕੁਝ ਬਣਾਇਆ ਹੈ। ਪਰ ਕਿਰਤੀ ਦੀ ਪੂਜਾ ਬਹੁਤੇ ਲੋਕ ਕਰਨ ਲੱਗ ਪਏ। ਸਤਿਗੁਰ ਸਾਨੂੰ ਆਕਾਰ ਤੋਂ ਅੱਗੇ ਲੈ ਕੇ ਜਾਂਦੇ ਨੇ। ਜਿਹੜਾ ਆਕਾਰ ਦੇ ਪਿੱਛੇ ਬੈਠਾ ਹੋਇਆ ਹੈ, ਅਦ੍ਰਿਸ਼ ਹੋ ਕੇ ਸਭਨਾਂ ਦੀ ਪ੍ਰਤਪਾਲਨਾ ਕਰ ਰਿਹਾ ਹੈ, ਅਦ੍ਰਿਸ਼ ਹੋ ਕੇ ਦਿਸਦੇ ਲੋਕ ਤੋਂ ਸਤਿਗੁਰ ਪਰਲੋਕ ਵੱਲ ਸਾਡਾ ਧਿਆਨ ਲੈ ਕੇ ਜਾਂਦੇ ਨੇ। ਭਲਿਓ, ਉਹ ਤੇਰੇ ਅੱਖਾਂ ਦੇ ਦਿਸਣ ਵਿੱਚ ਨਹੀਂ ਆਉਣਾ, ਪਰ ਤੇਰੇ ਅਨੁਭਵ ਦੇ ਵਿੱਚ ਜ਼ਰੂਰ ਆਏਗਾ, ਜ਼ਰੂਰ ਆਏਗਾ। ਥਾਲ ਦਿਸਦਾ ਹੈ, ਰੋਟੀ ਦਿਸਦੀ ਹੈ, ਭੁੱਖ ਦਿਸਦੀ ਨਹੀਂ, ਉਹ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਉਹਦਾ ਪਿਆਰ, ਉਹਦਾ ਭਾਵ ਜੀਵਨ ਦੇ ਅੰਦਰ ਮਹਿਸੂਸ ਹੋਏ। ਤੋ ਗੁਰੂਦੇਵ ਨੇ ਸ਼ਬਦ ਵਰਤਿਆ ਅਲੋਕ। ਅਲੋਕ ਦਾ ਭਾਵ ਹੈ ਪਰਲੋਕ, ਜਿਹੜਾ ਦਿਸਣ ਦੇ ਵਿੱਚ ਨਹੀਂ ਆਉਂਦਾ। ਅਦ੍ਰਿਸ਼ਟ ਵਾਹਿਗੁਰੂ ਅਕਾਲ ਪੁਰਖ ਅਲੋਕ ਹੈ, ਅਸ਼ੋਕ ਹੈ। ਇਹਨੂੰ ਨਾਸਕੀ ਉਚਾਰਨ ਆਪਾਂ ਆਖਣਾ ਹੈ। ਅਸ਼ੋਕ, ਜਿਸ ਨੂੰ ਕੋਈ ਦੁੱਖ ਨਹੀਂ। ਸੰਸਾਰ 'ਚ ਕੋਈ ਐਸਾ ਘਰ ਨਹੀਂ ਜਿੱਥੇ ਭੰਗੜੇ ਪਏ ਹੋਣ ਪਰ ਵੈਣ ਨਾ ਪਏ ਹੋਣ। ਮਾਫ ਕਰਨਾ, ਜੇ ਭੰਗੜੇ ਪੈਂਦੇ ਨੇ ਵੈਣ ਵੀ ਪੈਂਦੇ ਨੇ, ਜੇ ਸੁੱਖ ਆਉਂਦਾ ਦੁੱਖ ਵੀ ਆਉਂਦੇ ਨੇ। ਸੰਸਾਰ ਦਾ ਇਹ ਦਸਤੂਰ ਹੈ ਬਾਹਰੀ ਆਕਾਰ ਦਾ। ਪਰ ਮੇਰੇ ਮਾਲਕ ਵਾਹਿਗੁਰੂ, ਤੂੰ ਸੱਚ ਚਿੱਤ ਆਨੰਦ ਹੈ, ਤੇਰੇ 'ਚ ਖੇੜਾ ਹੀ ਖੇੜਾ ਹੈ, ਤੇਰੇ 'ਚ ਸ਼ੋਕ ਨਹੀਂ ਹੋ ਸਕਦਾ। ਤਾਂ ਹੀ ਵਾਹਿਗੁਰੂ ਦੇ ਪਿਆਰੇ ਜਦੋਂ ਐਸੇ ਅਨੁਭਵ ਦੇ ਵਿੱਚ ਆਏ ਨੇ, ਉਹ ਵੀ ਸਦਾ ਵਿਗਾਸ ਵਿੱਚ ਰਹੇ ਨੇ, ਸਦਾ ਖੇੜੇ 'ਚ ਰਹੇ। ਬਾਹਰੀ ਤੌਰ 'ਤੇ ਦੁੱਖ ਸੁੱਖ ਜ਼ਰੂਰ ਵਰਤੇ ਨੇ, ਪਰ ਅੰਦਰ ਤੋਂ ਉਹਨਾਂ ਦਾ ਵਿਗਾਸ, ਉਹਨਾਂ ਦਾ ਖੇੜਾ ਮੁੱਕਿਆ ਨਹੀਂ। ਜਿਹੜੇ ਐਸੇ ਖਿੜੇ ਹੋਏ ਮਾਲਕ ਵਾਹਿਗੁਰੂ ਦਾ ਨਾਲ ਜੁੜਦੇ ਨੇ। ਅਸ਼ੋਕ ਹੈ, ਜਿਸ ਨੂੰ ਕੋਈ ਪ੍ਰਕਾਰ ਦਾ ਦੁੱਖ, ਸ਼ੋਕ, ਚਿੰਤਾ ਪੋ ਨਹੀਂ ਸਕਦੀ। ਅਕਰਮ ਹੈ, ਤੂੰ ਕਿਸੇ ਧਾਰਮਿਕ ਰਸਮ ਦਾ ਬੱਝਾ ਹੋਇਆ ਨਹੀਂ। ਅਸੀਂ ਕਰਮਾਂ ਦੇ ਬੱਝੇ ਹਾਂ, ਜਿੰਨੇ ਵੀ ਹਾਂ। ਦੋ ਪ੍ਰਕਾਰ ਦੀਆਂ ਜੂਨਾਂ ਮੰਨੀਆਂ ਨੇ। ਜਦੋਂ ਆਪਾਂ ਪਸ਼ੂ ਜਗਤਲ ਵੇਖੀਏ, ਉਹ ਭੋਗ ਜੂਨੀ ਭੋਗ ਰਹੇ ਨੇ ਆਪਣੇ। ਜੋ ਕੁਦਰਤ ਮੁਤਾਬਕ ਉਹਨਾਂ ਨੇ ਕਰਨਾ ਹੈ ਉਹੀ ਕਰਨਾ ਹੈ, ਉਹ ਭੋਗ ਜੂਨੀ ਹੈ। ਮਨੁੱਖ ਦੇ ਕੋਲ ਕਰਮ ਜੂਨੀ ਹੈ। ਇਹ ਦਸਾਂ ਨੌਆਂ ਦੀ ਕਿਰਤ ਕਰਕੇ ਵੀ ਖਾ ਸਕਦਾ ਹੈ, ਕਿਸੇ ਕੋਲੋਂ ਖੋ ਕੇ ਵੀ ਖਾ ਸਕਦਾ ਹੈ। ਇਹ ਜ਼ੁਬਾਨ ਤੋਂ ਸੱਚ ਵੀ ਬੋਲ ਸਕਦਾ ਹੈ, ਕੂੜ ਵੀ ਬੋਲ ਸਕਦਾ ਹੈ। ਇਹ ਪੈਰਾਂ ਨਾਲ ਤੁਰ ਕੇ ਚੰਗੇ ਪਾਸੇ ਵੀ ਚਲਾ ਗਿਆ, ਸਤਸੰਗਤ ਵੀ ਆ ਗਿਆ, ਕੋਈ ਹੋਰ ਪਾਸੇ ਵੀ ਤੁਰ ਪਿਆ।
ਸੋ ਇਹ ਕੁਝ ਚੁਆਇਸ ਸਾਡੀ ਹੈ, ਮਾਲਕ ਨੇ ਸਾਨੂੰ ਕੁਝ ਆਜ਼ਾਦੀ ਹੁਣ ਬਖਸ਼ੀ ਹੈ, ਆ ਸਾਨੂੰ ਇੰਦਰੇ ਬਖਸ਼ੇ ਨੇ। ਸੋ ਤਾਂ ਕਰਕੇ ਕਰਮ ਦਾ ਨਿਯਮ ਮਨੁੱਖ 'ਤੇ ਲਾਗੂ ਹੁੰਦਾ ਹੈ, ਜਾਨਵਰਾਂ 'ਤੇ ਨਹੀਂ। ਸੱਪ ਕਿਸੇ ਨੂੰ ਡੰਗ ਮਾਰਦਾ ਹੈ ਤੇ ਬੰਦਾ ਮਰ ਜਾਏ, ਸੱਪ ਨਾ ਪਾਪੀ ਹੋਇਆ ਨਾ ਹਥਿਆਰਾ ਹੋਇਆ। ਸ਼ੇਰ ਕਿਸੇ ਨੂੰ ਮਾਰ ਕੇ ਖਾ ਜਾਏ, ਉਹਦਾ ਸੁਭਾਅ ਹੈ, ਪਰ ਬੰਦੇ 'ਤੇ ਇਹ ਨਿਯਮ ਲਾਗੂ ਹੈ, ਕਿਉਂਕਿ ਵਾਹਿਗੁਰੂ ਨੇ ਸਾਨੂੰ ਮੱਤ, ਸਾਨੂੰ ਸਮਝ ਬਖਸ਼ੀ ਹੈ। ਤਾਂ ਹੀ ਗੁਰਦੇਵ ਨੇ ਕਿਹਾ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਹੁਣ ਤੂੰ ਕਰਮ ਤੋਂ ਸੁਤੰਤਰ ਨਹੀਂ ਹੋ ਸਕਦਾ। ਹੁਣ ਤੇਰੇ ਕੋਲ ਸਮਝ ਹੈ। ਹੁਣ ਛੋਟਾ ਬੱਚਾ ਹੈ, ਵੇਖੋ ਅਬੋਧ ਹੈ, ਪਿਓ ਨੇ ਕੁੱਛੜ ਚੁੱਕਿਆ, ਜਿਹਨੂੰ ਆਪਾਂ ਗੋਦ ਕਹਿ ਲਈਏ। ਪਿਤਾ ਨੇ ਕੁੱਛੜ ਚੁੱਕਿਆ ਤੇ ਛੋਟਾ ਜਿਹਾ ਬੱਚਾ ਗੋਦ ਵਿੱਚ ਹੈ, ਪਿਤਾ ਦੀ ਦਾੜੀ ਨੂੰ ਹੱਥ ਪਾਉਂਦਾ ਹੈ ਤੇ ਪਿਤਾ ਖੁਸ਼ ਹੁੰਦਾ ਹੈ। ਜਦੋਂ ਉਹੀ ਬੱਚਾ 18, 20 ਸਾਲ, 25 ਸਾਲ ਦਾ ਹੋ ਕੇ ਬਾਪ ਦੀ ਦਾੜੀ ਨੂੰ ਹੱਥ ਪਾਏ ਤੇ ਬਾਪ ਕਹੇਗਾ ਵੀ ਜਾਂ ਤੂੰ ਘਰ ਰਹੇਗਾ ਜਾਂ ਮੈਂ ਰਹੂੰਗਾ। ਕਿਉਂ? ਕਿਉਂਕਿ ਹੁਣ ਉਸ ਨੂੰ ਸਮਝ ਹੈ, ਹੁਣ ਉਸ ਨੂੰ ਬੋਧ ਹੈ, ਹੁਣ ਉਹਦੇ ਤੇ ਮੁਆਫੀ ਨਹੀਂ ਦਿੱਤੀ ਜਾ ਸਕਦੀ। ਤੇ ਗੁਰਦੇਵ ਨੇ ਕਿਹਾ, ਤੇਰੇ ਕੋਲ ਮਨੁੱਖਾ ਦੇਹ ਹੀ ਆਈ ਹੈ ਭਲਿਆ, ਸਮਝ ਵਾਹਿਗੁਰੂ ਨੇ ਦਿੱਤੀ ਹੈ, ਕਰਮ ਦੇ ਬੰਧਨ ਤੋਂ ਤੂੰ ਆਜ਼ਾਦ ਨਹੀਂ ਹੋ ਸਕਦਾ। ਆਪਾਂ ਸਾਰੇ ਕਰਮਾਂ ਦੇ ਬੰਧਨ 'ਚ ਬੱਝੇ ਹਾਂ, ਕੁਝ ਰਸਮਾਂ ਨੇ, ਕੁਝ ਕਰਮ ਨੇ। ਪਰ ਜੇ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਕਰੀਏ, ਉਹ ਕਰਮ ਦੇ ਬੰਧਨ ਵਿੱਚ ਬੱਝਾ ਹੋਇਆ ਨਹੀਂ। ਉਹ ਕਿਸੇ ਵੀ ਵਿਸ਼ੇਸ਼ ਰਸਮ ਅਧੀਨ, ਕਿਸੇ ਕਰਮ ਅਧੀਨ ਹੋ ਕੇ ਉਹ ਮੁਥਾਜ ਨਹੀਂ ਹੈ। ਤੇ ਗੁਰਦੇਵ ਨੇ ਆਖਿਆ, ਅਕਰਮ ਹੈ, ਅਭਰਮ ਹੈ। ਆ ਸਾਡੇ 'ਚ ਬੜੇ ਭਰਮ ਨੇ, ਕਿੰਨੇ ਹੋਣਗੇ ਰੱਬ ਦੇ ਨਾਂ 'ਤੇ। ਆ ਸੱਚ ਜਾਣਿਓ, ਆ ਦਿਸਦਾ ਵੀ ਇੱਕ ਭਰਮ ਹੀ ਹੈ। ਸੱਚ ਜਾਣਿਓ, ਜਿੱਦਾਂ ਦਾ ਦਿਸ ਰਿਹਾ ਹੈ ਇੱਦਾਂ ਦਾ ਹੈ ਨਹੀਂ। ਇਸ ਮੰਡਲ 'ਚ ਆਪਾਂ ਆਏ ਹਾਂ, ਹਾਂ ਰੱਬ ਦਾ ਪਿਆਰਾ ਹੈ, ਜਿਹਨੂੰ ਬੋਧ ਹੁੰਦਾ ਹੈ, ਉਹ ਫਿਰ ਭਰਮ ਤੋਂ ਆਜ਼ਾਦ ਹੋ ਗਿਆ। ਉਹਨੂੰ ਪਿੱਛੇ ਵਰਤ ਰਹੀ ਸੱਚਾਈ ਦਿਸਣ ਲੱਗ ਪੈਂਦੀ ਹੈ। ਸੋ ਅਭਰਮ ਹੈ, ਤੇਰੇ 'ਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ, ਸ਼ੁੱਧ ਸਰੂਪ ਹੈ। ਗੁਰਦੇਵ ਅੱਗੇ ਆਖਦੇ ਨੇ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ। ਅਜੀਤ, ਜਿਸ ਨੂੰ ਕੋਈ ਜਿੱਤ ਨਹੀਂ ਸਕਦਾ ਕਿਸੇ ਹਥਿਆਰ ਨਾਲ, ਕਿਸੇ, ਕਿਉਂਕਿ ਜ਼ੋਰ ਵੀ ਤੇ ਉਹਦਾ ਹੀ ਦਿੱਤਾ ਹੋਇਆ ਹੈ, ਸਰੀਰ ਦਾ ਬਲ ਵੀ ਉਹਦਾ ਬਖਸ਼ਿਆ ਹੋਇਆ ਹੈ। ਸਾਡੇ ਕੋਲ 3 ਸ਼ਕਤੀਆਂ ਨੇ। ਤਨ ਦੀ ਸ਼ਕਤੀ ਹੈ, ਮਨ ਦੀ ਸ਼ਕਤੀ ਹੈ, ਇੱਕ ਧਨ ਦੀ ਸ਼ਕਤੀ ਹੈ। ਤੇ ਇਹ ਤਿੰਨੇ ਤਾਕਤਾਂ ਵਰਤ ਲਈਏ, ਕਰਤੇ ਦਾ ਕੀ ਕਰ ਲਾਂਗੇ? ਕਿਉਂਕਿ ਸਤਿਗੁਰ ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੋ ਘੜ ਸੁਜਾਨੀ। ਸੋਹਣੀ ਘਾੜਤ ਵਾਲਾ ਵਾਹਿਗੁਰੂ ਬੜਾ ਸੁਜਾਨ ਹੈ, ਤੇ ਉਹਦਾ ਹੀ ਤੇ ਬਲ ਮਿਲਿਆ ਸਾਨੂੰ, ਉਹਦੀ ਤੇ ਤਾਕਤ ਮਿਲੀ ਹੈ। ਸੋ ਸਤਿਗੁਰ ਕਹਿੰਦੇ, ਵਾਹਿਗੁਰੂ ਤੂੰ ਅਜਿੱਤ ਹੈ। ਐਸਾ ਵੀ ਹੋਇਆ ਜਿਨ੍ਹਾਂ ਨੂੰ ਭਗਵਾਨ ਮੰਨਿਆ ਗਿਆ, ਠੀਕ ਹੈ, ਦੇਵੀ ਦੇਵਤੇ, ਐਸਾ ਵੀ ਹੋਇਆ ਉਹ ਹਾਰ ਗਏ। ਰਣ ਛੋੜ ਮੰਦਰ ਹੈ ਸਾਡੇ ਇਸ ਦੇਸ਼ ਅੰਦਰ, ਜਿਹਨੂੰ ਲੋਕ ਭਗਵਾਨ ਕਹਿੰਦੇ ਸੀ, ਰਣ ਛੱਡ ਕੇ ਹੀ ਭੱਜ ਗਿਆ। ਨੀਤੀ ਬਣ ਗਈ ਵੀ ਲੋੜ ਪਏ ਜੰਗ ਛੱਡ ਕੇ ਵੀ ਭੱਜ ਜਾਓ। ਤੋ ਮਾਲਕ ਵਾਹਿਗੁਰੂ ਸਦੀਵੀ ਬੜਾ ਜ਼ੋਰਾਵਰ, ਜਿਹਨੂੰ ਪਿੱਛੇ ਸਾਹਿਬ ਨੇ ਕਿਹਾ, ਅਮਿਤੋਜ਼, ਜਿਹਦਾ ਓਜ਼ ਬਲ ਕਦੇ ਵੀ ਮਿਣਿਆ ਨਹੀਂ ਜਾ ਸਕਦਾ। ਅਜੀਤ ਹੈ, ਅਭੀਤ ਹੈ, ਜਿਸ ਨੂੰ ਕਿਸੇ ਡਰ ਅਧੀਨ ਨਹੀਂ ਰੱਖਿਆ ਜਾ ਸਕਦਾ। ਭੈ ਭੀਤ ਨਹੀਂ ਹੋਇਆ ਮਾਲਕ ਵਾਹਿਗੁਰੂ ਕਿਸੇ ਵੀ ਰੂਪ ਅੰਦਰ। ਆ ਡਰ ਬੜੀ ਕਿਸਮਾਂ ਦੇ ਨੇ। ਕੁਝ ਡਰ ਮਨੁੱਖ ਨਾਲ ਲੈ ਕੇ ਵੀ ਆਉਂਦਾ ਹੈ। ਕਈਆਂ ਨੂੰ ਹਨੇਰੇ ਤੋਂ ਡਰ ਲੱਗਦਾ ਹੈ, ਕੁਝ ਪਾਣੀ ਤੋਂ ਡਰ ਵੈਸੇ 14-15 ਡਰ ਦੱਸੇ ਨੇ, ਜਿਹੜੇ ਮਨੁੱਖੀ ਹੋਂਦ ਵਿੱਚ ਵਰਤਦੇ ਨੇ, ਕਿਸੇ ਨੂੰ ਕਿਸੇ ਰੂਪ ਦਾ, ਕਿਸੇ ਨੂੰ ਕਿਸੇ ਰੂਪ ਦਾ। ਮੌਤ ਦਾ ਡਰ ਸਭ ਤੋਂ ਸ਼੍ਰੋਮਣੀ ਡਰ ਹੈ, ਕਾਲ ਦਾ, ਮੌਤ ਦਾ। ਤੇ ਗੁਰਦੇਵ ਆਖਦੇ ਨੇ, ਹੇ ਅਕਾਲ ਪੁਰਖ, ਤੂੰ ਬੜਾ ਸਿਜਦਾ ਕਰਨ ਯੋਗ ਹੈ, ਅਭੀਤ ਹੈ, ਤੈਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਡਰ ਨਹੀਂ ਹੈ। ਅਬਾਹ ਹੈ, ਜੋ ਹਿਲਾਇਆ ਨਾ ਜਾ ਸਕੇ,
ਮਾਨੋ ਇੱਕ ਪਰਬਤ ਵਰਗਾ, ਬੜਾ ਅਡੋਲ। ਭਗਤਾਂ ਨੇ ਵਾਹਿਗੁਰੂ ਨੂੰ ਜਦੋਂ ਐਗਜ਼ਾਮਪਲ ਦਿੱਤੀ ਹੈ, ਉਹ ਪਰਬਤ ਦੀ ਹੀ ਉਦਾਹਰਨ ਦਿੱਤੀ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਭਾਵ ਵਾਹਿਗੁਰੂ ਤੇਰਾ ਸਹਾਰਾ ਪਹਾੜ ਵਰਗਾ ਹੈ, ਪਹਾੜ ਨਹੀਂ ਕਦੇ ਹਿੱਲਦਾ ਹਵਾ ਨਾਲ, ਅਡੋਲ ਹੈ। ਤੂੰ ਵੀ ਵਾਹਿਗੁਰੂ ਪਰਬਤ ਜਿਵੇਂ ਹਿੱਲਦਾ ਨਹੀਂ ਨਾ, ਉਸੇ ਤਰ੍ਹਾਂ ਅਬਾਹ ਹੈ, ਤੈਨੂੰ ਹਿਲਾਇਆ ਨਹੀਂ ਜਾ ਸਕਦਾ ਵੀ ਇੱਕ ਥਾਂ ਤੋਂ ਚੁੱਕ ਕੇ ਦੂਜੇ ਥਾਂ 'ਤੇ ਲੈ ਗਏ ਹੋ। ਐਸਾ ਤੇਰੇ ਨਾਲ ਨਹੀਂ ਹੋ ਸਕਦਾ। ਅਗਾਹ ਹੈ ਜੈਸਾ ਜਿਵੇਂ ਸਮੁੰਦਰ ਹੈ, ਕਹਿ ਲਈ ਆਪਾਂ, ਬੜਾ ਵਿਸ਼ਾਲ। ਚਲੋ ਸਮੁੰਦਰ ਦਾ ਤੇ ਬੰਦੇ ਨੇ ਗਹਿਰਾਈ ਮਾਪ ਹੀ ਲਈ ਹੈ, ਉਹ ਤੇ ਨਿਰਧਾਰਤ ਕਰ ਹੀ ਲਿਆ। ਤੇ ਹੇ ਕਰਤੇ ਪੁਰਖ, ਤੂੰ ਬੜਾ ਅਗਾਹ ਹੈ, ਜਿਹੜਾ ਤੇਰਾ ਥਾ ਨਹੀਂ ਪਾਇਆ ਜਾ ਸਕਦਾ। ਨਾ ਅਸੀਂ ਉਸ ਨੂੰ ਮਾਪ ਸਕਦੇ ਹਾਂ। ਸਾਡੇ ਕੋਲ ਜਿਹੜੇ ਪੈਮਾਨੇ ਨੇ ਦੋ ਚਾਰ ਹੀ ਨੇ, ਮਾਪਦੇ ਹਾਂ, ਫਿਰ ਤੋਲਦੇ ਹਾਂ, ਫਿਰ ਗਿਣਦੇ ਹਾਂ, ਫਿਰ ਮਿਣਦੇ ਹਾਂ। ਇਹ ਸਾਡੇ ਕੋਲ ਚਾਰ ਪੈਮਾਨੇ ਨੇ। ਜਾਂ ਫਿਰ ਇੱਕ ਹੋਰ ਪੈਮਾਨਾ ਹੈ ਜਿਹੜਾ ਹੀਰੇ 'ਤੇ ਲਾਗੂ ਹੁੰਦਾ ਹੈ, ਉਹ ਕਸਵੱਟੀ ਨਾਲ ਪਰਖ ਲੈਂਦੇ। ਤੇ ਕਿਸੇ ਵੀ ਰੂਪ ਅੰਦਰ ਅਸੀਂ ਨਾ ਮਾਪ ਕੇ, ਨਾ ਤੋਲ ਕੇ, ਨਾ ਗਿਣ ਕੇ, ਨਾ ਮਿਣ ਕੇ ਤੇਰਾ ਥਾ ਨਹੀਂ ਪਾ ਸਕਦੇ। ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਅਮਾਨ ਜਿਹਨੂੰ ਮਾਪ ਕਹਿ ਲਈਏ, ਜਿਹਨੂੰ ਕਿਸੇ ਅਨੁਮਾਨ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਕੋਈ ਕਹੀਏ ਵੀ ਉਹ ਕਿਸੇ ਕਲਪਨਾ 'ਚ ਆ ਜਾਏ। ਕਿਸੇ ਵੀ ਰੂਪ ਅੰਦਰ ਹੈ ਮਾਲਕ ਵਾਹਿਗੁਰੂ, ਜਗਤ ਦਾ ਕੋਈ ਐਸਾ ਮਾਪ ਨਹੀਂ ਹੈ, ਕੋਈ ਅਨੁਮਾਨ ਨਹੀਂ ਹੈ ਜਿੱਥੇ ਤੇਰਾ ਅੰਦਾਜ਼ਾ ਲੱਗ ਸਕਦਾ ਹੋਵੇ। ਭਗਤਾਂ ਨੇ ਤਾਂ ਹੀ ਛੱਡ ਦਿੱਤਾ। ਭਗਤਾਂ ਨੇ ਕਿਹਾ ਨਹੀਂ, ਅਸੀਂ ਇੱਧਰ ਨਹੀਂ ਜਾਣਾ ਜਿੱਧਰ ਪੰਡਤ ਗਿਆ, ਅਸੀਂ ਉੱਧਰ ਨਹੀਂ ਜਾਣਾ ਜਿੱਧਰ ਜੋਗੀ ਗਿਆ। ਕਿੱਧਰ ਚੱਲੇ ਹੋ? ਰੱਬ ਦੰਤ ਪਾਉਣ ਚੱਲੇ। ਪੰਡਤ ਮੂਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਅਸੀਂ ਉਹ ਰਾਹ ਅਪਣਾਇਆ ਹੀ ਨਹੀਂ। ਅਸੀਂ ਰਾਹ ਅਪਣਾਇਆ ਹੈ ਹੁਕਮ ਰਜਾਈ ਦਾ। ਉਹਦੀ ਰਜਾ ਵਾਹਿਗੁਰੂ ਦੇ ਹੁਕਮ ਦੇ ਵਿੱਚ, ਜਿਵੇਂ ਇੱਕ ਨਦੀ ਦੇ ਵਹਿਣ ਵਿੱਚ ਪਾਣੀ ਵਹਿੰਦਾ ਵਹਿੰਦਾ ਸਮੁੰਦਰ 'ਚ ਲੀਨ ਹੋ ਜਾਂਦਾ ਹੈ। ਹੁਕਮ ਰਜਾਈ ਦੇ ਵਹਿਣ ਵਿੱਚ ਵਹਿੰਦੇ ਵਹਿੰਦੇ ਰੱਬ ਦੇ ਪਿਆਰੇ ਜਨ ਗੁਰਮੁਖ ਉਹਦੇ ਵਿੱਚ ਹੀ ਲੀਨ ਹੋ ਗਏ। ਫਿਰ ਉਹ ਦੱਸਣ ਜੋਗੇ ਵੀ ਨਹੀਂ ਰਹੇ। ਰੱਬ ਦੇ ਪਿਆਰੇ ਦੇਖਾ ਹੀ ਪ੍ਰਵਾਨ, ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੇ ਗੁਰਦੇਵ ਆਖਦੇ ਨੇ ਅਮਾਨ ਹੈ, ਮਾਪ ਰਹਿਤ ਹੈ, ਨਿਦਾਨ ਹੈ। ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ। ਬਹੁਤ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ। ਜਿੰਨੇ ਖਜ਼ਾਨੇ ਨੇ ਤੇਰੇ, ਸੰਸਾਰਕ ਤੌਰ 'ਤੇ ਵੀ ਦਾਤਾਂ ਤੇਰੀਆਂ ਨੇ, ਪਰ ਬੜੇ ਅਮੋਲਕ ਖਜ਼ਾਨੇ ਨੇ ਗੁਣਾਂ ਦੇ ਰੂਪ ਅੰਦਰ। ਦਇਆ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ। ਵਾਹਿਗੁਰੂ ਤੂੰ ਬੜਾ ਦਿਆਲੂ ਹੈ। ਇਹ ਤੇਰੇ ਪ੍ਰੇਮ ਦੇ ਵਿੱਚ ਭਰੇ ਹੋਏ ਬੇਅੰਤ ਗੁਣ ਨੇ ਵਾਹਿਗੁਰੂ। ਤੇ ਸਾਰੇ ਖਜ਼ਾਨਿਆਂ ਦਾ ਮਾਲਕ ਤੂੰ ਹੈ। ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਕਿੱਡੀ ਕਮਾਲ ਦੀ ਗੱਲ ਹੈ। ਇੱਕ ਵੀ ਹੈ ਤੇ ਅਨੇਕਤਾ ਦੇ ਵਿੱਚ ਵੀ ਹੈ। ਇੱਕ ਹੋ ਕੇ ਸਾਡੇ 'ਤੇ ਇਹ ਨਿਯਮ ਲਾਗੂ ਨਹੀਂ ਹੋਏਗਾ, ਪ੍ਰਕਿਰਤੀ 'ਤੇ, ਸਾਡੇ 'ਤੇ। ਅਸੀਂ ਹੁਣ ਇੱਥੇ ਬੈਠੇ ਹਾਂ, ਗੁਰਦੁਆਰੇ ਘਰ ਨਹੀਂ ਹੋਵਾਂਗੇ। ਘਰ ਬੈਠੇ ਹਾਂ, ਸ਼ੋਅਰੂਮ, ਦੁਕਾਨ 'ਤੇ, ਖੇਤਾਂ 'ਚ ਨਹੀਂ ਹੋਵਾਂਗੇ। ਉਹ ਤਾਂ ਹੀ ਸਾਹਿਬ ਨੇ ਕਿਹਾ ਸੀ, ਸਿੱਖੋ ਜੇ ਮਾਲਕ ਨਾਲ ਜੁੜਨਾ ਹੈ, ਅਕਾਲ ਪੁਰਖ, ਉਹਦੇ ਵਾਸਤੇ ਮੈਂ ਤੁਹਾਨੂੰ ਸ਼ਬਦ ਦਿੰਦਾ। 1604 ਸਤੰਬਰ ਜਦੋਂ ਪ੍ਰਕਾਸ਼ ਹੋਇਆ ਸੀ, ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ। ਗੁਰੂ ਅਰਜਨ ਦੇਵ ਸਾਹਿਬ ਜੀ ਸੰਗਤ 'ਚ ਬੈਠੇ ਨੇ। ਬਾਅਦ ਵਿੱਚ ਸਤਿਗੁਰ ਨੇ ਵਿਚਾਰ ਰੱਖੀ ਸੀ। ਸੰਗਤ ਨੇ ਪੁੱਛਿਆ ਸੀ, ਸਤਿਗੁਰ ਇੱਦਾਂ ਕਿਉਂ? ਤੁਸੀਂ ਤਾਬਿਆ ਨਹੀਂ ਬੈਠੇ। ਸਾਹਿਬ ਕਹਿੰਦੇ ਜੇ ਅਸੀਂ ਬੈਠਦੇ ਧਿਆਨ ਵੰਡਿਆ ਜਾਣਾ ਸੀ, ਕਿਉਂਕਿ ਸਰੀਰ ਵੀ ਉੱਥੇ ਮੌਜੂਦ ਹੋਣਾ ਸੀ। ਗੁਰਦੇਵ ਕਹਿੰਦੇ ਸਿੱਖੋ ਤੁਹਾਡਾ ਧਿਆਨ ਸ਼ਬਦ ਵੱਲ ਰਹੇ, ਇਸ ਕਰਕੇ ਅਸੀਂ ਆਪਣਾ ਸਰੀਰ ਸੰਗਤ 'ਚ ਰੱਖ ਲਿਆ। ਤੇ ਉੱਥੇ ਬਚਨ ਕਹੇ ਸੀ ਸਤਿਗੁਰ ਨੇ, ਸਤਿਗੁਰ ਕੇਰ ਸਰੀਰ ਹੈ ਜੋ ਸਰਬ ਸਮੇਂ ਸਭ ਥਾਨ ਨਾ ਦਰਸੈ। ਗੁਰਦੇਵ ਕਹਿੰਦੇ ਸਿੱਖੋ ਜਿਹੜਾ ਮੇਰਾ ਸਰੀਰ ਇੱਥੇ ਹੈ, ਹੁਣ ਲਾਹੌਰ ਨਹੀਂ ਹੈ। ਜੇ ਮੈਂ ਲਾਹੌਰ ਹੋਵਾਂਗਾ, ਪਟਨੇ ਨਹੀਂ ਹੋਵਾਂਗਾ,
ਪਟਨੇ ਹੋਵਾਂਗਾ ਤੇ ਕਾਬਲ ਨਹੀਂ ਹੋਵਾਂਗਾ। ਪਰ ਮੇਰੇ ਸਾਹਿਬ ਕਹਿੰਦੇ ਗ੍ਰੰਥ ਹਿਰਦਾ ਗੁਰ ਕੋ ਇਹ ਜਾਨੂ ਉੱਤਮ ਇਹ ਸਭ ਕਾਲ ਰਹਿ ਹੈ। ਸਾਹਿਬ ਜੀ ਕਹਿੰਦੇ ਕੋਈ ਇੱਥੇ ਪੜ੍ਹ ਰਿਹਾ ਹੈ ਆਦ ਸੱਚ ਜੁਗਾਦ ਸੱਚ, ਕੋਈ ਲਾਹੌਰ ਪੜ੍ਹ ਰਿਹਾ ਹੋਏ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ। ਜਿੱਥੇ ਵੀ ਕੋਈ ਸਿੱਖ ਹੈ ਸ਼ਬਦ ਸਰੂਪ ਉੱਥੇ ਮੌਜੂਦ ਹੋਏਗਾ। ਸਰੀਰ ਕੋਲ ਸਮਰੱਥਾ ਨਹੀਂ, ਤਾਂ ਹੀ ਗੁਰਦੇਵ ਨੇ ਬਾਰ-ਬਾਰ ਸਾਨੂੰ ਸ਼ਬਦ ਨਾਲ ਜੋੜੇ ਹੈ, ਜਿਹੜਾ ਹਰੇਕ ਥਾਂ ਤੇ ਸਾਡੇ ਤੇ ਨਿਯਮ ਨਹੀਂ ਲਾਗੂ ਹੋ ਸਕਦਾ ਹੈ। ਅਸੀਂ ਇੱਕ ਹਾਂ, ਵਾਹਿਗੁਰੂ ਇੱਕ, ਜਾਂ ਉਦਾਹਰਨ ਤੌਰ ਤੇ ਆਪਾਂ ਲਾ ਲਈਏ ਜਿਵੇਂ ਪਾਣੀ ਇੱਕ ਹੈ ਤੇ ਲਹਿਰਾਂ ਕਰੋੜਾਂ ਹੀ ਹੋਣਗੀਆਂ। ਉਹਨਾਂ ਵਿੱਚ ਪਾਣੀ ਹੈ, ਲਹਿਰਾਂ ਕਰੋੜਾਂ ਨੇ, ਨਾਮ ਬਦਲ ਗਿਆ, ਰੂਪ ਬਦਲ ਗਿਆ, ਪਰ ਪਾਣੀ ਇੱਕੋ ਹੀ ਹੈ। ਜਾਂ ਸਤਿਗੁਰ ਨੇ ਕਿਹਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਜਿਵੇਂ ਸੂਰਜ ਇੱਕ ਹੈ, ਰੁੱਤਾਂ ਕਈ ਨੇ, ਕਿਰਨਾਂ ਕਿੰਨੀਆਂ ਹੀ ਨੇ, ਕਿੰਨੀਆਂ ਹੋ ਕੇ ਵੀ ਉਹ ਇੱਕ ਦੇ ਵਿੱਚ ਸਮੋਈਆਂ ਹੋਈਆਂ ਨੇ। ਆਹ ਅਨੇਕਤਾ ਬਾਹਰੀ ਤੌਰ ਤੇ ਦਿਸਦੀ ਹੈ, ਅੰਦਰੂਨੀ ਤੌਰ ਤੇ ਇੱਕ ਹੀ ਆਪਾਂ। ਤਾਂ ਹੀ ਗੁਰਦੇਵ ਜੀ ਕਹਿੰਦੇ ਜਿਹੜੇ ਬਾਹਰ ਧਿਆਨ ਰੱਖਣਗੇ ਉਹ ਤੇ ਫਿਰ ਜ਼ਰੂਰ ਪੈਮਾਨੇ ਹੋਣਗੇ, ਛੋਟਾ ਵੱਡਾ, ਚਿੱਟਾ ਕਾਲਾ, ਅਮੀਰ ਗਰੀਬ। ਜੇ ਸਿੱਖੋ ਜਾਤ ਦੀ ਬਜਾਏ ਤੁਸੀਂ ਜੋਤ ਨਾਲ ਸਾਂਝ ਪਾਓਗੇ, ਉੱਥੇ ਸਾਰੇ ਆਪਾਂ ਇੱਕੋ ਹੀ ਹੋ ਜਾਂਦੇ ਹਾਂ। ਜੇ ਨੂਰ ਦੀ ਗੱਲ ਕਰਾਂਗੇ, ਆਪਾਂ ਜੋਤ ਦੀ ਗੱਲ ਕਰਾਂਗੇ, ਉਹ ਇੱਕ ਹੀ ਹੋ ਜਾਣੀ ਹੈ। ਤੇ ਕਿੱਡੀ ਵੱਡੀ ਬਣਤਰ ਹੈ ਵਾਹਿਗੁਰੂ ਅਕਾਲ ਪੁਰਖ ਤੇਰੀ, ਤੂੰ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪ ਬਣਾਏ ਨੇ। ਰੂਪ ਜੋ ਅੱਖਾਂ ਨਾਲ ਦਿਸਦਾ ਹੈ, ਸਰੂਪ ਜੋ ਅਦ੍ਰਿਸ਼ਟ ਹੈ। ਆ ਗੁਰੂ ਦੇ ਵੀ ਦੋਨੋਂ ਰੂਪ ਇਸੇ ਤਰ੍ਹਾਂ ਹੈ। ਆ ਸ਼ਬਦ ਗੁਰੂ ਦਾ ਸਰੂਪ ਹੈ, ਸੰਗਤ ਗੁਰੂ ਦਾ ਰੂਪ ਹੈ। ਵੇਖੋ ਜਦੋਂ ਗੁਰੂ ਦਾ ਰੂਪ ਵੇਖਣਾ ਹੈ, ਵਿੱਚ ਸੰਗਤ, ਆ ਸੰਗਤ 'ਚ ਗੁਰੂ ਦਾ ਵਸ ਹੈ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਆਪਾਂ ਕਹਿੰਦੇ ਗੁਰੂ ਰੂਪ ਸਾਧ ਸੰਗਤ ਜੀ, ਸ਼ਬਦ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ। ਆ ਦੋਨੋਂ ਰੂਪ ਨੇ। ਗੁਰੂ ਦਾ ਸਰੀਰ ਵੀ ਇੱਥੇ ਮੌਜੂਦ ਹੈ, ਗੁਰੂ ਦੀ ਆਤਮਾ ਵੀ ਇੱਥੇ ਮੌਜੂਦ ਹੈ। ਸਰੂਪ ਹੈ ਗੁਰੂ ਕਾ ਸ਼ਬਦ, ਰੂਪ ਹੈ ਗੁਰੂ ਕੀ ਸੰਗਤ। ਦਾਤਾਂ ਬਖਸ਼ੀਆਂ ਸਾਹਿਬ ਸੱਚੇ ਪਾਤਸ਼ਾਹ ਨੇ। ਤੇ ਵਾਹਿਗੁਰੂ ਤੇਰਾ ਰੂਪ ਕਈ ਨੇ, ਤੇਰਾ ਸਰੂਪ ਇੱਕੋ ਹੀ ਹੈ। ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਿਆਤ ਛੰਦ, ਇਹ ਛੰਦ ਦਾ ਨਾਮ ਹੈ। ਵਿਦਵਾਨਾਂ ਨੇ ਕਿਹਾ ਜਿਹਦੀ ਚਾਲ ਸੱਪ ਵਰਗੀ ਹੈ। ਜਦੋਂ ਇਸ ਛੰਦ ਨੂੰ ਪੜ੍ਹਦੇ ਨੇ ਸੂਝਵਾਨ, ਸੋ ਉਸ ਰੂਪ ਅੰਦਰ ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ। ਫਿਰ ਸਾਹਿਬ ਜੀ ਕਹਿੰਦੇ ਨਮਸਕਾਰ ਹੈ ਤੁਹਾਨੂੰ, ਸਰਬ ਮਾਨੇ, ਮਾਨਣੀ ਹੈ, ਆਦਰ ਯੋਗ ਹੋ ਤੁਸੀਂ ਸਰਬ ਸਭ ਥਾਵਾਂ ਤੇ। ਮਾਨਣ ਯੋਗ, ਆਦਰ ਯੋਗ ਵਾਹਿਗੁਰੂ ਅਕਾਲ ਪੁਰਖ ਹੈ। ਜੇ ਅਸਲ ਆਪਾਂ ਵੇਖਣਾ ਹੋਵੇ ਤੇ ਨਮਸਕਾਰ ਹੈ। ਸਭ ਜੀ ਜੰਤ ਤੇਰੀ ਹੀ ਗਵਾਹੀ ਭਰਦੇ ਨੇ। ਤੇਰਾ ਆਦਰ ਆਪਣੇ ਆਪ ਹੀ ਪ੍ਰਗਟ ਹੋ ਰਿਹਾ। ਕੋਈ ਚਿੱਤਰ ਬੋਲੇ ਨਾ ਬੋਲੇ, ਉਹ ਆਪਣੇ ਆਪ ਵਡਿਆਈ ਪ੍ਰਗਟ ਕਰ ਰਿਹਾ ਚਿੱਤਰਕਾਰ ਦੀ। ਚਿੱਤਰ ਨੂੰ ਕਹਿਣ ਦੀ ਕੋਈ ਲੋੜ ਨਹੀਂ, ਉਹਨੂੰ ਵੇਖ ਕੇ ਕੋਈ ਕਹੇਗਾ ਵੀ ਵਾਹ ਕਿੱਡਾ ਕਮਾਲ ਦਾ ਚਿੱਤਰਕਾਰ ਹੈ। ਸੋ ਵਾਹਿਗੁਰੂ ਆ ਦਿਸਦੇ ਤੋਂ ਜੀ ਜੰਤ ਜਿੰਨੇ ਵੀ ਨੇ, ਤੈਨੂੰ ਹੀ ਆਦਰ ਦਿੰਦੇ ਨੇ, ਤੇਰੀ ਹੀ ਪੂਜਾ ਹੈ। ਸਮਸਤੀ ਨਿਧਾਨੇ, ਸਮਸਤ ਸਾਰੇ, ਨਿਧਾਨ ਖਜ਼ਾਨਾ, ਤੁਸੀਂ ਸਾਰੇ ਖਜ਼ਾਨਿਆਂ ਦੇ ਮਾਲਕ ਹੋ। ਬੇਅੰਤ ਭੰਡਾਰ ਨੇ ਵਾਹਿਗੁਰੂ ਤੇਰੇ ਖਜ਼ਾਨਿਆਂ ਦੇ। ਨਮੋ ਦੇਵ ਦੇਵੇ ਅਪੇਖੀ ਅਪੇਵੇ, ਤੂੰ ਦੇਵਤਿਆਂ ਤੋਂ ਬਹੁਤ ਵੱਡਾ ਦੇਵਤਾ ਹੈ। ਮੁਬਾਰਕ ਹੈ ਸਾਡੇ ਇਸ ਸਮਾਜ ਵਿੱਚ ਦੇਵ ਪੂਜਾ ਬੜੀ ਪ੍ਰਚਲਿਤ ਰਹੀ ਹੈ, ਅੱਜ ਵੀ ਹੈ ਦੇਵ ਪੂਜਾ। ਤੇ ਗੁਰੂਦੇਵ ਨੇ ਕਿਹਾ ਏ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਆਤਮਾ ਵਾਸੁਦੇਵਸਿਆ ਜੇ ਕੋ ਜਾਣੈ ਭਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ। ਜਿਹੜਾ ਇੱਕ ਸਾਰੇ ਦੇਵੀ ਦੇਵਤਿਆਂ ਦਾ ਵੱਡਾ ਹੈ, ਮਹਾਨ ਹੈ। ਸਤਿਗੁਰ ਧਿਆਨ ਉੱਧਰ ਸਾਡਾ ਪ੍ਰੇਰਿਤ ਕਰਦੇ ਨੇ। ਸਾਹਿਬ ਕਹਿੰਦੇ ਇੱਕ ਕ੍ਰਿਸ਼ਨ ਮਾਲਕ ਵਾਹਿਗੁਰੂ, ਇਹ ਕ੍ਰਿਸ਼ਨੰ ਸਰਬ ਦੇਵ। ਉੱਥੇ ਕ੍ਰਿਸ਼ਨ ਸ਼ਬਦ ਵਰਤਿਆ ਅਕਾਲ ਪੁਰਖ ਵਾਸਤੇ।
ਦੇਵ ਦੇਵਾ ਤਾਂ ਆਤਮਾ। ਤੇ ਫਿਰ ਕਿਉਂ ਨਾ ਧਿਆਨ ਸਿੱਖ ਦਾ ਉੱਧਰ ਜਾਏ। ਇਸ ਵਾਸਤੇ ਸਾਹਿਬ ਕਹਿੰਦੇ ਨਮਸਕਾਰ ਹੈ ਨਮੋ ਦੇਵ ਦੇਵੇ, ਤੂੰ ਸਭ ਦੇਵੀ ਦੇਵਤਿਆਂ ਦਾ ਬਹੁਤ ਵੱਡਾ ਦੇਵਤਾ ਹੈ। ਤੇਰੀ ਹੀ ਕਲਾ ਵਰਤੀ ਜਦੋਂ ਵੀ ਵਰਤੀ ਹੈ। ਅਪੇਖੀ ਅਭੇਵੇ, ਤੇਰਾ ਕੋਈ ਭੇਖ ਨਹੀਂ ਹੈ। ਵੇਸ ਨਹੀਂ ਹੈ ਮਾਲਕ ਵਾਹਿਗੁਰੂ ਤੇਰਾ ਕੋਈ ਇੱਕ ਖਾਸ ਵੇਸ ਹੋਏ। ਅਭੇਵੇ, ਜਿਸ ਦਾ ਭੇਦ ਨਾ ਪਾਇਆ ਜਾ ਸਕੇ, ਤੇ ਨਾ ਕਿਸੇ ਕੋਲ ਸਮਰੱਥਾ ਹੈ, ਨਾ ਕੋਈ ਪਾ ਸਕਦਾ ਹੀ ਹੈ। ਅਭੇਵੇ, ਪਾਉਣ ਗਏ ਸਨ ਭੇਦ, ਹਾਂ ਮਿਲਣ ਗਏ ਸਨ ਫਿਰ ਮੁੜੇ ਨਹੀਂ। ਜਿੱਦਾਂ ਦੇ ਹਾਂ, ਮੈਂ ਕਈ ਵਾਰ ਬੇਨਤੀ ਕਰਦਾ ਹਾਂ, ਜਿੱਦਾਂ ਦੇ ਹਾਂ ਇੱਦਾਂ ਦੇ ਉਹਨੂੰ ਨਹੀਂ ਮਿਲ ਸਕਦੇ। ਹਾਂ ਜਿੱਦਾਂ ਦੇ ਹਾਂ ਇੱਦਾਂ ਦੇ ਰਵਾਂਗੇ, ਰਿਸ਼ਤੇਦਾਰੀਆਂ ਨਿਭ ਜਾਣੀਆਂ ਨੇ, ਕੋਈ ਮੁਸ਼ਕਲ ਨਹੀਂ ਆਉਣੀ। ਘਰ ਪਰਿਵਾਰ ਵਿੱਚ ਰਹਿ ਸਕਦੇ ਹਾਂ, ਕਾਰੋਬਾਰ ਚੱਲ ਸਕਦਾ, ਜਿੱਦਾਂ ਦੇ ਹਾਂ ਇੱਦਾਂ ਦੇ ਰਹੀਏ। ਪਰ ਜਿੱਦਾਂ ਦੇ ਹਾਂ ਉੱਦਾਂ ਦੇ ਰਹੀਏ, ਉਹਦੇ 'ਚ ਭੇਦ ਹੋ ਜਾਈਏ, ਬੜਾ ਮੁਸ਼ਕਲ ਹੈ। ਤਾਂ ਕਰਕੇ ਗੁਰੂ ਪਹਿਲੋਂ ਬਦਲਦਾ ਹੈ, ਸਾਨੂੰ ਘੜਦਾ ਹੈ, ਸਾਨੂੰ ਬਣਾਉਂਦਾ ਹੈ, ਸਾਨੂੰ ਸਵਾਰਦਾ ਹੈ। ਵਾਹਿਗੁਰੂ ਨੇ ਕ੍ਰੀਏਸ਼ਨ ਕੀਤੀ ਹੈ, ਗੁਰੂ ਡੈਕੋਰੇਸ਼ਨ ਕਰਦਾ, ਸਵਾਰਦਾ ਹੈ ਗੁਰੂ। ਇੱਕ ਬਾਗ ਹੈ, ਇੱਕ ਜੰਗਲ ਹੈ। ਬੰਦੇ ਨੂੰ ਕਿਹੜਾ ਚੰਗਾ ਲੱਗਦਾ ਹੈ? ਬਾਗ, ਸੈਰ ਕਰਦਾ ਉੱਥੇ, ਰੁੱਖ ਤੇ ਉਹੀ ਨੇ, ਮਾਲੀ ਨੇ ਸਵਾਰ ਦਿੱਤਾ ਉਸ ਨੂੰ। ਸੋ ਇਸੇ ਤਰ੍ਹਾਂ ਗੁਰੂ ਸਵਾਰਦਾ ਹੈ ਜੀਵਨ ਨੂੰ, ਤੇ ਜਿਹੜੇ ਸਵਾਰੇ ਗਏ ਫਿਰ ਉਹ ਸਚਿਆਰ ਹੋ ਗਏ, ਉਹ ਪਿਆਰੇ ਬਣ ਗਏ। ਤੋ ਇਸ ਵਾਸਤੇ ਜਿੱਦਾਂ ਦੇ ਹਾਂ ਬੜਾ ਮੁਸ਼ਕਲ ਹੈ। ਉਹਦੇ ਵਰਗੇ ਹੋ ਕੇ ਹੀ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਤੇ ਭੇਦ ਪਾਉਣ ਦੀ ਗੱਲ ਤੇ ਬਹੁਤ ਦੂਰ ਦੀ ਹੈ, ਮੁੜੇ ਨਹੀਂ। ਸਾਹਮਣੇ ਇੱਕ ਕੋਠੜੀ ਹੈ, ਦਰਵਾਜ਼ੇ ਤੇ ਸ਼ਰਤ ਲਿਖੀ ਹੋਈ ਹੈ, ਭਾਈ ਅੰਦਰ ਉਹੀ ਆ ਸਕਦਾ ਹੈ ਜਿਹਦੇ ਕੋਲ ਕੁਝ ਵੀ ਨਾ ਹੋਵੇ। ਕੋਈ ਗਿਆ ਰੱਬ ਦਾ ਪਿਆਰਾ, ਕਮੰਡਲ ਵੀ ਪਾਸੇ ਰੱਖਤਾ, ਝੋਲੀ ਵੀ ਪਾਸੇ ਰੱਖਤੀ, ਆਪਣੀਆਂ ਪੋਥੀਆਂ ਸਨ ਜੰਤਰ ਮੰਤਰ ਦੀਆਂ ਉਹ ਵੀ ਰੱਖਤੀਆਂ, ਸੋਟਾ ਵੀ ਰੱਖਤਾ, ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆ ਰਹੀ, ਭਾਈ ਕੋਈ ਨਾਲ ਤੇ ਨਹੀਂ? ਕਹਿੰਦਾ ਨਹੀਂ ਮੈਂ ਹੀ ਹਾਂ ਬਸ। ਕਹਿਣ ਲੱਗਾ ਦਰਵਾਜ਼ਾ ਨਹੀਂ ਖੁੱਲ੍ਹਣਾ, ਅਜੇ ਮੈਂ ਹੈ ਨਾਲ, ਅਜੇ ਤੂੰ ਉੱਦਾਂ ਦਾ ਹੀ ਹੈ। ਇਹ ਨਹੀਂ ਦਰਵਾਜ਼ਾ ਖੁੱਲ੍ਹੇਗਾ ਜਿੰਨਾ ਚਿਰ ਤੱਕ ਉਹ ਹੋਂ ਹੈ, ਮੈਂ ਹੈ, ਸੱਚ ਜਾਣੇ ਉਹ ਨਹੀਂ ਦਰਵਾਜ਼ਾ ਖੁੱਲ੍ਹਦਾ ਬਖਸ਼ਿਸ਼ ਵਾਲਾ। ਹਾਂ ਕਰਮ ਹੋ ਜਾਂਦੇ ਨੇ, ਠੀਕ ਹੈ, ਰਸਮਾਂ ਹੋ ਜਾਂਦੀਆਂ ਨੇ, ਤੇ ਜਦੋਂ ਖੁੱਲ੍ਹ ਗਿਆ ਅੰਦਰ ਫਿਰ ਉਹਦਾ ਹੀ ਰੂਪ, ਮੁੜਿਆ ਨਹੀਂ ਉੱਥੋਂ ਫਿਰ। ਤਾਂ ਕਰਕੇ ਬਹੁਤੇ ਲੋਕ ਬਾਹਰੋਂ ਮੁੜ ਆਉਂਦੇ ਨੇ। ਆਪ ਵੀ ਬਚ ਗਏ ਤੇ ਲੋਕਾਂ ਨੇ ਵੀ ਕਿਹਾ ਕਿ ਬੜਾ ਸਨਮਾਨ ਹੈ, ਬੜਾ ਚੰਗਾ ਹੈ। ਤੇ ਅਭੇਵੇ, ਕਿਸੇ ਵੀ ਰੂਪ ਅੰਦਰ ਭੇਦ ਨਹੀਂ ਪਾਇਆ ਜਾ ਸਕਦਾ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ। ਕਾਲ ਦਾ ਵੀ ਤੂੰ ਕਾਲ ਹੈ, ਕਾਲ ਮੌਤ, ਕਾਲ ਸਮਾਂ। ਇਹ ਵਾਹਿਗੁਰੂ ਹੈ ਅਕਾਲ, ਤੂੰ ਕਾਲ ਬਣਾਇਆ, ਫਿਰ ਤੇਰੇ ਅਧੀਨ ਹੀ ਹੈ। ਜਿਹੜਾ ਅਕਾਲ ਦੇ ਨਾਲ ਸਾਂਝ ਬਣਾਉਂਦਾ ਹੈ ਉਹ ਕਾਲ ਵਿੱਚ ਨਹੀਂ, ਉਹਦੀ ਸੁਰਤ ਨਹੀਂ ਕਾਲ 'ਚ ਖਚਨ ਹੁੰਦੀ। ਉਹ ਰਹਿੰਦੇ ਜ਼ਰੂਰ ਨੇ ਇਸ ਜਗਤ ਵਿੱਚ, ਰਹਿੰਦੇ ਜ਼ਰੂਰ ਨੇ। ਆ ਜਿਹੜਾ ਮੰਡਲ ਹੈ, ਸਕਲ ਕਾਲ ਕਾ ਕੀਆ ਤਮਾਸ਼ਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਸੀ, ਸਤਿਗੁਰ ਤੁਸੀਂ ਦੁਖੀ ਕਿਉਂ ਨਹੀਂ ਹੋਏ? ਪੁੱਤਾਂ ਦੀਆਂ ਲਾਸ਼ਾਂ ਲਾਗੋਂ ਵੀ ਲੰਘ ਆਏ ਹੋ, ਪਿਤਾ ਮਾਂ ਪਤਾ ਨਹੀਂ ਕੀ ਕੁਝ ਵਰਤੇ ਹੈ। ਪਰ ਇਤਿਹਾਸਕਾਰਾਂ ਨੂੰ ਬਹੁਤ ਕੁਝ ਲੱਭਿਆ ਗੁਰੂ ਕਲਗੀਧਰ ਦੇ ਜੀਵਨ 'ਚੋਂ, ਪਰ ਇੱਕ ਚੀਜ਼ ਨਹੀਂ ਲੱਭੀ, ਸਤਿਗੁਰ ਦੇ ਨੇਤਰਾਂ 'ਚੋਂ ਅਥਰੂ ਨਹੀਂ ਕਦੇ ਇਤਿਹਾਸਕਾਰਾਂ ਨੂੰ ਮਿਲੇ। ਸਤਿਗੁਰ ਇੰਨਾ ਵਿਕਾਸ ਇਹ ਕਿੱਥੋਂ ਵਰਤਿਆ ਹੈ? ਸਤਿਗੁਰ ਕਹਿੰਦੇ ਬਸ ਇੱਕ ਦੋ ਚੀਜ਼ਾਂ ਸਮਝਣ ਦੀ ਲੋੜ ਹੈ। ਸਤਿਗੁਰ ਉਹ ਕਿਹੜੀਆਂ? ਸਭ ਤੋਂ ਪਹਿਲੀ ਗੱਲ ਸਾਹਿਬ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਆਪਾਂ ਤੇ ਕਹਿੰਦੇ ਮਾਲਕਾਂ ਮੈਂ ਤੇ ਕਨਾਲ ਦੀ ਕੋਠੀ ਦਾ, ਮੇਰੇ ਤੇ 5 ਸ਼ੋਰੂਮ ਨੇ, ਸਾਡੀ ਮਾਲਕੀਅਤ ਹੈ ਨਾ ਗੁਰਮੁਖ ਪਿਆਰੇ। ਗੁਰਦੇਵ ਕਹਿੰਦੇ ਸਭ ਤੋਂ ਪਹਿਲੋਂ ਮੈਂ ਹੂੰ ਪਰਮ ਪੁਰਖ ਕੋ ਦਾਸਾ। ਦੂਜੀ ਗੱਲ, ਦੇਖਣ ਆਇਓ ਜਗਤ ਤਮਾਸ਼ਾ। ਉਹ ਦੁਖੀ ਨਹੀਂ ਹੋਏਗਾ ਕਦੇ। ਅਸੀਂ ਸੱਚ ਮੰਨ ਲਿਆ ਨਾ, ਇੰਨੇ ਕੁ ਚਿਮੜ ਗਏ, ਇੰਨੇ ਕੁ ਜੁੜ ਗਏ, ਆਪਣਾ ਆਪ ਹੀ ਭੁੱਲ ਜਾਂਦੇ ਹਾਂ। ਤੋ ਕਾਲ ਕਾਲੇ, ਜਿਹੜਾ ਅਕਾਲ ਨਾਲ ਜੁੜ ਗਿਆ ਨਾ, ਉਹਨੂੰ ਪਤਾ ਹੈ ਅਕਾਲ ਦੇ ਅਧੀਨ ਹੀ ਇਹ ਕਾਲ ਹੈ, ਫਿਰ ਉਹਦੇ ਤੋਂ ਘਬਰਾਉਂਦਾ ਨਹੀਂ ਹੈ। ਨਮੋ ਕਾਲ ਕਾਲੇ, ਮੌਤ ਦੀ ਵੀ ਮੌਤ,
ਕਾਲ ਨੂੰ ਵੀ ਮੁਕਾ ਦਿੰਦਾ, ਮੁੱਕ ਜਾਂਦਾ ਹੈ ਕਾਲ। ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਆ ਸਾਡੇ ਸਮੇਂ ਦੇ ਦੋ ਸਰੋਤ ਨੇ, ਇੱਕ ਚੰਦਰਮਾ ਅਤੇ ਇੱਕ ਸੂਰਜ। ਆ ਚੰਦਰ ਕੈਲੰਡਰ ਹੈ ਸਾਡੇ ਕੋਲ, ਜਾਂ ਫਿਰ ਸਾਡੇ ਕੋਲ ਸੂਰਜ ਦਾ ਕੈਲੰਡਰ ਹੈ, ਜਿੱਥੋਂ ਆਪਾਂ ਸਮਾਂ ਮਾਪਿਆ। ਅਤੇ ਜਦੋਂ ਕੁਝ ਨਹੀਂ ਸੀ, ਨਾ ਸੂਰਜ ਸੀ, ਨਾ ਚੰਦਰ ਸੀ, ਨਾ ਮੰਡਲ ਸੀ, ਕੁਝ ਵੀ ਨਹੀਂ ਸੀ, ਸਾਹਿਬ ਕਹਿੰਦੇ ਤੇਰੀ ਹੋਂਦ ਸੀ ਉਦੋਂ। ਕਾਲ ਨਹੀਂ ਸੀ, ਅਕਾਲ ਵਾਹਿਗੁਰੂ ਤੇਰੀ ਹੋਂਦ ਸੀ। ਤੂੰ ਸਦਾ ਰਹਿਣ ਵਾਲਾ ਹੈ, ਕਾਲ ਤੋਂ ਵੀ ਪਰੇ ਬੈਠਾ ਹੋਇਆ ਮਾਲਕ ਵਾਹਿਗੁਰੂ ਤੂੰ। ਨਮੋ ਸਰਬ ਪਾਲੇ, ਨਮਸਕਾਰ ਹੈ ਸਭਨਾਂ ਨੂੰ ਪਾਲਦਾ ਹੈ, ਸਭਨਾਂ ਦੀ ਵਾਹਿਗੁਰੂ ਤੂੰ ਰੱਖਿਆ ਕਰਨਾ। ਮੰਨੀਏ ਚਾਹੇ ਨਾ ਮੰਨੀਏ, ਸਿੱਧੇ ਤੌਰ 'ਤੇ ਮੰਨ ਲਈਏ ਚੰਗੀ ਗੱਲ ਹੈ, ਨਹੀਂ ਤੇ ਕਬੂਲ ਕਰਨਾ ਹੀ ਪੈਣਾ। ਉਹਦੀ ਪ੍ਰਤਪਾਲਨਾ ਠੀਕ ਹੈ, ਉਹ ਸਾਡੇ ਵਰਗੂ ਉਹਦਾ ਆਦਤ ਨਹੀਂ ਨਾ ਸਾਹਮਣੇ ਆਉਣੀ। ਉਹ ਸੱਚ ਜਾਣਿਓ ਪਾਲਦਾ ਜ਼ਰੂਰ ਹੈ, ਪਰ ਦਿਸਦਾ ਨਹੀਂ ਕਿਸੇ ਨੂੰ। ਤਾਂ ਹੀ ਤੇ ਸਤਿਗੁਰ ਕਹਿੰਦੇ ਬੜੀ ਅਜਬ ਖੇਡ ਹੈ। ਕਿਸੇ ਨੇ ਸ਼ਿਵ ਪਕੜਿਆ, ਕਿਸੇ ਨੇ ਵਿਸ਼ਨ ਪਕੜਿਆ, ਕਿਸੇ ਨੇ ਬ੍ਰਹਮਾ ਪਕੜਿਆ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਗੁਰਦੇਵ ਕਹਿੰਦੇ ਵਾਹਿਗੁਰੂ ਸੰਭਾਲ ਰਿਹਾ, ਪਰ ਜੀਵਾਂ ਨੂੰ ਸਮਝ ਨਹੀਂ ਆ ਰਹੀ। ਕੋਈ ਕਿਸੇ ਪਾਸੇ ਤੁਰ ਪਿਆ, ਕੋਈ ਕਿੱਧਰ ਤੁਰ ਪਿਆ, ਕੋਈ ਕਿੱਧਰ ਤੁਰ ਪਿਆ। ਬੜਾ ਕੁਝ ਬਣਾ ਲਿਆ। ਅਤੇ ਜਿੰਨਾ ਅਸੀਂ ਅਡੰਬਰ ਬਣਾਵਾਂਗੇ, ਓਨੇ ਸੱਚ ਤੋਂ ਦੂਰ ਚਲੇ ਜਾਂਦੇ। ਸੱਚ ਤੋਂ ਦੂਰ ਕੋਈ ਵਿਰਲਾ ਹੀ ਹੈ। ਉਹ ਕਿਸੇ ਸੱਜਣ ਨੇ ਬੜੀ ਪਿਆਰੀ ਗਾਥਾ ਲਿਖੀ ਹੈ। ਖੈਰ ਉਹ ਲਿਖਦਾ ਹੈ, ਵੈਸੇ ਮਸ਼ਕੀਨ ਜੀ ਵੀ ਕਈ ਵਾਰ ਕਿਹਾ ਕਰਦੇ ਸਨ, ਮੇਰਾ ਸੁਪਨਾ। ਕੋਈ ਰੱਬ ਦਾ ਪਿਆਰਾ ਸੁਪਨਾ ਆਇਆ ਉਹਨੂੰ। ਅਗਲੇ ਮੰਡਲ 'ਚ ਗਿਆ, ਵੇਖਿਆ ਇੱਕ ਪਾਲਕੀ ਜਾ ਰਹੀ ਹੈ, ਜੈ ਜੈਕਾਰ ਬੜਾ ਹੈ, ਬਹੁਤ ਲੋਕ ਨੇ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਪੁੱਛਿਆ ਸੀ ਕੌਣ ਹੈ, ਕਹਿੰਦੇ ਫਲਾਣਾ ਦੇਵਤਾ ਹੈ। ਫਿਰ ਕੁਝ ਸਮੇਂ ਬਾਅਦ ਇੱਕ ਹੋਰ ਵੱਡੀ ਪਾਲਕੀ ਆਈ, ਬੜੀ ਜੈ ਜੈਕਾਰ, ਫੁੱਲਾਂ ਦੀ ਵਰਖਾ, ਲੋਕ ਪਤਾ ਨਹੀਂ ਕਿੰਨੇ ਕੁ। ਪੁੱਛਿਆ ਕੌਣ ਹੈ, ਫਲਾਣਾ ਪੀਰ ਹੈ, ਹਜ਼ਰਤ ਹੈ। ਕਹਿੰਦੇ ਇੱਦਾਂ ਹੀ ਪਾਲਕੀਆਂ ਲੰਘਦੀਆਂ ਗਈਆਂ। ਪਿੱਛੇ ਇੱਕ ਸੱਜਣ ਆਇਆ, 2-3 ਬੰਦੇ ਸੀ ਉਹਦੇ ਨਾਲ। ਉਹ ਟੁੱਟੀ ਜੀ ਪਾਲਕੀ, ਤੇ ਪੁੱਛਿਆ ਵੀ ਤੂੰ ਕੌਣ ਹੈ, ਤੈਨੂੰ ਕੀ ਲੋੜ ਸੀ ਇਹਨਾਂ 'ਚ ਰਲਦੀ? ਕਹਿੰਦਾ ਮੈਂ ਭਗਵਾਨ। ਸੱਚ ਜਾਣਿਆ ਕੋਈ ਵਿਰਲਾ ਹੀ ਹੈ ਜਿਹੜਾ ਉਹਦੇ ਨਾਲ ਤੁਰਦਾ। ਉਹ ਤਾਂ ਹੀ ਸਾਹਿਬ ਜੀ ਕਹਿੰਦੇ ਇਕੱਲਾ ਹੀ ਹੈ ਵਾਹਿਗੁਰੂ, ਬਹੁਤੇ ਨਹੀਂ। 2-4 ਜਾਣੇ ਹੀ ਨਾਲ ਤੁਰਦੇ ਹੋਣਗੇ, ਬਾਕੀ ਤੇ ਦੂਜੇ ਪਾਸੇ ਨੇ। ਜਾਂ ਇਕੱਲੇ ਬਾਹਰੀ ਤੌਰ 'ਤੇ ਜਿਹੜਾ ਸ਼ੋਰ ਸ਼ਰਾਬਾ, ਉੱਥੋਂ ਤੱਕ ਹੀ ਬੰਦਾ ਰਹਿ ਗਿਆ। ਤੋ ਲਿਖਦਾ, ਕਹਿਣ ਲੱਗਾ ਲੋਕੋ ਅੱਜ ਮੈਂ ਵੇਖ ਕੇ ਆਇਆ, ਧਰਤੀ 'ਤੇ ਭਾਵੇਂ ਜੋ ਕੁਝ ਮਰਜ਼ੀ ਕਰਦੇ ਹੋ, ਕਹਿੰਦਾ ਮੈਨੂੰ ਲੱਗਦਾ ਹੈ ਅੰਦਰੂਨੀ ਤੌਰ 'ਤੇ ਰੱਬ ਦੇ ਨਾਲ ਸਾਰੇ ਨਹੀਂ ਹੈ। 2-4 ਹੋਣਗੇ, ਬਾਕੀ ਤੇ ਕੋਈ ਕਿਸੇ ਨਾਲ ਹੈ, ਕੋਈ ਕਿਸੇ ਨਾਲ ਹੈ। ਜਿਹੜਾ ਪਾਲਣ ਵਾਲਾ ਹੈ ਸਤਿਗੁਰ ਕਹਿੰਦੇ ਉਹਦੀ ਸੰਭਾਲ ਚਾਹੀਦੀ। ਨਿਰਗੁਣ ਯਾਰ ਇਆਣਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ। ਜਿਨੇ ਤੈਨੂੰ ਕੀਤਾ ਬਣਾਇਆ, ਚੀਤ ਰੱਖ। ਨਾਨਕ ਨਿਭੀ ਨਾਲ, ਬਸ ਉਹਨੇ ਹੀ ਨਾਲ ਨਿਭਣਾ, ਜਿੰਨੇ ਪਾਲਿਆ, ਜਿਹੜਾ ਸੰਭਾਲ ਰਿਹਾ। ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ। ਨਮਸਕਾਰ ਹੈ ਤੈਨੂੰ, ਗਾਉਣੇ ਗਵਣ ਪਹੁੰਚਣਾ, ਸਭ ਥਾਵਾਂ ਤੱਕ ਵਾਹਿਗੁਰੂ ਤੇਰੀ ਪਹੁੰਚ ਹੈ। ਨਮੋ ਸਰਬ ਪਾਉਣੇ, ਭਉਣ ਭਵਨ, ਸਾਰਿਆਂ ਭਵਨਾਂ 'ਚ ਮੇਰੇ ਮਾਲਕ ਵਾਹਿਗੁਰੂ ਤੂੰ ਮੌਜੂਦ ਹੈ। ਸਾਡਾ ਵੀ ਭਵਨ ਹੈ, ਸਰੀਰ ਕੋਠੜੀ ਹੈ। ਕਿੱਥੇ ਹੈ ਵਾਹਿਗੁਰੂ? ਇੰਗੈ ਨਿਰਗੁਣ, ਉਂਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੋਰਾ। ਮੇਰੇ ਸਾਹਿਬ ਕਹਿੰਦੇ ਇੰਗੇ ਇੱਧਰ ਵੇਖ ਲਈਏ, ਉਂਗੇ ਉੱਧਰ ਵੇਖ ਲਈਏ, ਜਿੱਥੇ ਕਿੱਥੇ ਵੇਖੀਏ ਮੇਰਾ ਮਾਲਕ ਵਾਹਿਗੁਰੂ ਉਸ ਭੌਣ ਵਿੱਚ ਗਵਨ ਕਰ ਰਿਹਾ ਹੈ। ਉਹਦੀ ਮੌਜੂਦਗੀ ਹੈ। ਬੜੀ ਮਿਹਰਾਮਤ ਮੇਰੇ ਸਾਹਿਬ ਸਤਿਗੁਰ ਪਿਤਾ ਦੀ। ਬੜੇ ਮਿੱਠੜੇ ਵਾਹਿਗੁਰੂ ਦੇ ਸਰਗੁਣ ਨਿਰਗੁਣ ਨਾਮ ਗੁਰਦੇਵ ਸਾਨੂੰ ਬਖਸ਼ਿਸ਼ ਕਰਦੇ ਨੇ, ਤਾਂ ਜੋ ਅਸੀਂ ਉਹਦੇ ਜਾਪ ਦੇ ਅੰਦਰ ਮਹਿਮਾ ਵਿੱਚ ਸ਼ਾਮਲ ਹੋ ਸਕੀਏ। ਬੇਅੰਤ ਭੁੱਲਾਂ ਦੀ ਖਿਮਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ